ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਤਾਂ ਡਟੀਆਂ ਹੋਈਆਂ ਹਨ ਤੇ ਉਹ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ, ਜਦ ਕਿ ਕੁਝ ਸਿਆਸੀ ਪਾਰਟੀਆਂ ਇਸ ਨੂੰ ਚੰਗਾ ਆਖ ਰਹੀਆਂ ਹਨ, ਇਹਨਾਂ ਨੂੰ ਕਿਸਾਨ ਪੱਖੀ ਕਰਾਰ ਦੇ ਰਹੀਆਂ ਹਨ। ਜਿਵੇਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਆਖ ਰਿਹਾ ਹੈ ਕਿ ਖੁੱਲੀ ਮੰਡੀ ਕਿਸਾਨਾਂ ਲਈ ਲਾਹੇਵੰਦ ਹੋਏਗੀ, ਜਦ ਕਿ ਬਹੁਤ ਸਾਰੇ ਮਾਹਰ ਅਤੇ ਕਿਸਾਨ ਜਥੇਬੰਦੀਆਂ ਵਿਚਾਰ ਕਰ ਕਰਕੇ ਇਹਦੇ ਤੇ ਇਹੀ ਦਾਅਵਾ ਕਰ ਰਹੀਆਂ ਹਨ ਕਿ ਇਹ ਕਿਸਾਨਾਂ ਨੂੰ ਖੇਤਾਂ ਤੋਂ ਵਾਂਝੇ ਕਰਨ ਦੀ ਸ਼ੁਰੂਆਤ ਹੈ ਅਤੇ ਕਿਸਾਨਾਂ ਨੂੰ ਬਿਲਕੁਲ ਹੱਥਲ ਕਰ ਦੇਵੇਗਾ। ਇਹ ਕਾਨੂੰਨ ਬਿਲਕੁਲ ਹੱਥਲ ਕਰ ਦੇਣਗੇ ਤੇ ਇਹਦੇ ਨਾਲ ਹੀ ਜਦੋਂ ਕਿਸਾਨ ਦਾ ਨੁਕਸਾਨ ਹੋ ਰਿਹਾ ਹੈ ਤਾਂ ਪਿੰਡ ਦੇ ਖੇਤੀ ਨਾਲ ਜੁੜੇ ਹੋਰ ਲੋਕ ਵੀ ਹਾਸ਼ੀਏ ਤੇ ਧੱਕੇ ਜਾਣਗੇ ਅਤੇ ਇਸ ਸੰਬੰਧੀ ਆਰਥਿਕਤਾ ਉੱਤੇ ਇਹਦਾ ਕੀ ਅਸਰ ਪਏਗਾ। ਇਹਦੇ ਹੋਰ ਬਹੁਤ ਸਾਰੇ ਅਸਰ ਹੋਣਗੇ, ਸਮਾਜਿਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ ਅਤੇ ਸਿਆਸੀ ਅਸਰ ਵੀ ਇਹਦੇ ਬਹੁਤ ਜ਼ਿਆਦਾ ਹਨ। ਪਰ ਅਸੀਂ ਇਹਦੇ ਆਰਥਿਕ ਅਤੇ ਸਮਾਜਿਕ ਅਸਰ ਵਿਚਾਰਾਂਗੇ ਤੇ ਇਸ ਸਿਲਸਿਲੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਦੇ ਮਾਹਰ ਡਾਕਟਰ ਗਿਆਨ ਸਿੰਘ ਹੋਰਾਂ ਨਾਲ, ਪ੍ਰੋਫੈਸਰ ਗਿਆਨ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਗਿਆਨ ਸਿੰਘ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ ਜੀ, ਸ਼ੁਕਰੀਆ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕੱਲ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਹਰਿਆਣੇ ਦੇ ਵਿੱਚ ਕਿਸਾਨਾਂ ਦੀ ਕੁੱਟਮਾਰ ਹੋਈ ਹੈ, ਪਿਪਲੀ ਵਿੱਚ ਉਹ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਹ ਜੋ ਆਰਡੀਨੈਂਸ ਕੇਂਦਰ ਸਰਕਾਰ ਨੇ ਲਿਆਂਦੇ ਹਨ ਖੇਤੀ ਸੰਬੰਧੀ, ਇਹ ਕਿਸਾਨ ਪੱਖੀ ਨਹੀਂ ਹਨ, ਇਹ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਜਾਂਦੇ। ਤੇ ਜਦ ਕਿ ਅੱਜ ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤੇ ਹੋਰ ਜਿਹੜੇ ਕਿਸਾਨੀ ਨਾਲ ਜੁੜੇ ਹੋਏ, ਕਿੱਤੇ ਨਾਲ ਜੁੜੇ ਹੋਏ ਜਾਂ ਕਿਸਾਨੀ ਨਾਲ ਸੰਬੰਧਿਤ ਹੋਰ ਕਿੱਤੇ ਨੇ, ਉਹਨਾਂ ਦੇ ਨਾਲ ਸੰਬੰਧਿਤ ਸਾਰੇ ਲੋਕ ਅੱਜ ਗ੍ਰਿਫਤਾਰੀਆਂ ਦੇ ਰਹੇ ਨੇ ਪੰਜਾਬ ਭਰ ਵਿੱਚ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਆਰਡੀਨੈਂਸ ਬਿਲਕੁਲ ਕਿਸਾਨ ਵਿਰੋਧੀ ਹਨ। ਤੇ ਤੁਸੀਂ ਇਹਦੇ ਬਾਰੇ ਕੀ ਖੁਲਾਸਾ ਕਰੋਗੇ? ਮੈਡਮ, ਇਹ ਤਿੰਨੇ ਆਰਡੀਨੈਂਸ ਜਿਸ ਤਰ੍ਹਾਂ ਲਿਆਂਦੇ ਗਏ, ਉਹ ਤੋਂ ਕੋਈ ਗੱਲ ਸਮਝ ਆਉਂਦੀ ਹੈ ਕਿ ਉਸ ਮੌਕੇ ਕਿਹੜੀ ਐਮਰਜੈਂਸੀ ਸੀ ਕਿ ਅੱਤ ਦੀ ਐਮਰਜੈਂਸੀ 'ਚ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਹੈਗਾ ਕੇਂਦਰ ਸਰਕਾਰ ਨੂੰ। ਤੇ ਜਿਸ ਤਰ੍ਹਾਂ ਆਰਡੀਨੈਂਸ ਲਿਆਂਦੇ ਗਏ ਉਸ ਮੌਕੇ ਕਣਕ ਦੀ ਕਟਾਈ ਹੋ ਚੁੱਕੀ ਸੀ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਹ ਕਹਿ ਰਹੀਆਂ ਕਿ ਇਹ ਆਰਡੀਨੈਂਸ ਉਹਨਾਂ ਦੇ ਖਿਲਾਫ ਨੇ। ਜੇ ਤੁਸੀਂ ਕਿਸਾਨਾਂ ਦੇ ਭਲੇ ਦੀ ਗੱਲ ਕਰਦੇ ਹੋ ਤਾਂ ਜਦ 250 ਜਥੇਬੰਦੀਆਂ ਕਹਿੰਦੀਆਂ ਨੇ ਫਿਰ ਉਹ ਆਰਡੀਨੈਂਸ ਵਾਪਸ ਲੈ ਲੈਣ ਕਿ ਜਦ ਤੁਸੀਂ ਕਿਸਾਨਾਂ ਦੇ ਭਲੇ ਉਹ ਇਹੋ ਜਿਹਾ ਭਲਾ ਕਰਾਉਣਾ ਨਹੀਂ ਚਾਹੁੰਦੇ। ਪਰ ਇਹ ਜੋ ਭਲਾ ਕਿਹੜਾ ਹੋਊਗਾ, ਜਿਸ ਤਰ੍ਹਾਂ ਤੁਸੀਂ ਸ਼ੁਰੂ ਕਰਨ ਮੌਕੇ ਦੱਸਿਆ ਕਿ ਸਾਡੇ ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਇਹ ਕਹਿੰਦੀ ਹੈ ਕਿ ਜੇ ਕਿਸਾਨਾਂ ਦਾ ਭਲਾ ਹੋਊਗਾ, ਪਰ ਇਹਨੂੰ ਜੇ ਚੰਗੇ ਤਰੀਕੇ ਨਾਲ ਦੇਖੀਏ ਤਾਂ ਭਲਾ ਦਿਖਾਈ ਨਹੀਂ ਦਿੰਦਾ, ਕਿਉਂਕਿ ਇਹਨਾਂ ਦੇ ਪਿੱਛੇ ਜਿਹੜੀ ਇਹਦੀ ਰੂਹ ਹੈ ਉਹ ਹੈ ਬੇਲਗਾਮ ਮੰਡੀ ਨੂੰ ਅੱਗੇ ਲਿਆਉਣ ਦੀ, ਕਾਰਪੋਰੇਟ ਸੈਕਟਰ ਨੂੰ ਅੱਗੇ ਲਿਆਉਣ ਦੀ। ਜੇ ਕਾਰਪੋਰੇਟ ਸੈਕਟਰ ਅੱਗੇ ਆਊਗਾ ਤਾਂ ਇਹਦੇ ਨਾਲ ਕਿਸਾਨੀ ਦਾ ਭਲਾ ਕਿਵੇਂ ਹੋਊਗਾ? ਕਿਸਾਨੀ ਤੋਂ ਬਿਨਾਂ ਦੋ ਧਿਰਾਂ ਖੇਤੀਬਾੜੀ 'ਚ ਹੋਰ ਵੀ ਨੇ, ਖੇਤ ਮਜ਼ਦੂਰ ਤੇ ਪਿੰਡੂ ਛੋਟੇ ਕਾਰੀਗਰ ਜਿਹੜੇ ਪਹਿਲਾਂ ਹੀ ਹਾਸ਼ੀਏ ਤੇ ਨੇ, ਉਹਨਾਂ ਨੂੰ ਹਾਸ਼ੀਏ ਤੋਂ ਬਾਹਰ ਧੱਕ ਕੇ ਕਿੱਥੇ ਲਿਆਵਾਂਗੇ? ਇਹ ਗੱਲ ਸਮਝ ਤੋਂ ਬਾਹਰ ਹੈ। ਇਸ ਲਈ ਜਿਹੜਾ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਹੋ ਰਿਹਾ ਹੈ ਉਹ ਉਹਨਾਂ ਦਾ ਆਪਦਾ ਹੱਕ ਹੈ। ਇੱਥੇ ਰਾਜਸੀ ਪਾਰਟੀਆਂ ਭਾਵੇਂ ਉਹ ਹਰਿਆਣੇ 'ਚ ਹੋਣ, ਭਾਵੇਂ ਪੰਜਾਬ 'ਚ ਹੋਣ ਜਾਂ ਪੂਰੇ ਭਾਰਤ ਦੇ ਕਿਸੇ ਹੋਰ ਹਿੱਸੇ 'ਚ ਹੋਣ, ਉਹਨਾਂ ਦਾ ਸੋਚਣਾ ਇਹ ਬਣਦਾ ਹੈ ਕਿ ਕਰੋਨਾ ਦੀ ਆੜ ਥੱਲੇ ਉਹ ਲੋਕਾਂ ਦੇ ਇਕੱਠਾਂ ਨੂੰ ਰੋਕ ਰਹੇ ਨੇ, ਲੋਕਾਂ ਦੇ ਸੰਘਰਸ਼ਾਂ ਨੂੰ ਰੋਕ ਰਹੇ ਨੇ, ਪਰ ਆਪਦੇ ਇਕੱਠ ਬੜੀ ਢੀਠਤਾਈ ਨਾਲ ਕਰ ਰਹੇ ਨੇ। ਜੇ ਸੱਚਿਓ ਕਰੋਨਾ ਮਹਾਮਾਰੀ ਦਾ ਇੰਨਾ ਡਰ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਦੇ ਇਕੱਠਾਂ ਦੇ ਰੋਕ ਲਾਉਣੀ ਚਾਹੀਦੀ ਸੀ। ਤੇ ਇਹ ਜ਼ਰੂਰ ਹੈ ਕਿ ਜਿਹੜੀ ਕਿਸਾਨ ਜਥੇਬੰਦੀਆਂ ਦੇ ਜਾਂ ਕਿਸਾਨ ਕਿਰਤੀ ਜਥੇਬੰਦੀਆਂ ਦੇ ਇਹ ਸੰਘਰਸ਼ ਚੱਲ ਰਹੇ ਨੇ ਜਾਂ ਉਹ ਗ੍ਰਿਫਤਾਰੀਆਂ ਦੇ ਰਹੇ ਨੇ, ਉਹ ਸ਼ਾਂਤਮਈ ਤੇ ਲੋਕਤੰਤਰਕ ਢੰਗ ਨਾਲ ਹੋਣੇ ਚਾਹੀਦੇ ਆ, ਜਿਹਦੇ ਨਾਲ ਲੋਕਾਂ ਦੀ ਹਮਦਰਦੀ ਉਹਨਾਂ ਨਾਲ ਹੋਵੇ। ਮੈਂ ਇੱਥੇ ਸਿਰਫ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ, ਉਹ ਹੈ ਲੌਂਗ ਮਾਰਚ ਦੀ। ਨਾਸਿਕ ਤੋਂ ਲੈ ਕੇ ਮੁੰਬਈ ਤੱਕ ਇਹ ਕਿਸਾਨਾਂ ਨੇ ਲੌਂਗ ਮਾਰਚ ਕੀਤਾ ਸੀ। ਉਹ 'ਚ ਸਾਰੇ ਦੇਸ਼ ਦੇ ਬੁੱਧੀਜੀਵੀਆਂ ਦਾ ਤੇ ਮੀਡੀਆ ਦਾ ਤੇ ਮੁੰਬਈ ਵਾਸੀਆਂ ਦੀ ਹਮਦਰਦੀ ਉਹਨਾਂ ਨਾਲ ਹੋ ਗਈ ਸੀ। ਉਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ। ਹਾਂਜੀ, ਜਾਣੀ ਕਿ ਤੁਹਾਡਾ ਸੁਝਾਅ ਇਹ ਕਿਸਾਨ ਜਥੇਬੰਦੀਆਂ ਨੂੰ ਹੈ, ਪੰਜਾਬ ਹਰਿਆਣਾ ਜਿੰਨੇ ਕਿ ਮੁਲਕ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਲਈ ਹੈ ਕਿ ਉਹ ਜੇ ਸੰਘਰਸ਼ ਕਰਦੇ ਨੇ ਤਾਂ ਉਹ ਕੁਛ ਇਸ ਅੰਦਾਜ਼ ਵਿੱਚ ਹੋਵੇ ਕਿ ਲੋਕਾਂ ਨੂੰ ਉਹਨਾਂ ਦੇ ਦੁੱਖਾਂ ਦਾ ਤੇ ਉਹਨਾਂ ਦੀ ਨਾਲ ਜੋ ਹੋ ਰਹੀ ਹੈ ਉਹਨਾਂ ਦੀ ਹੋਣੀ ਦਾ ਪਤਾ ਲੱਗ ਸਕੇ ਤੇ ਉਹ ਇੱਕ ਅਨੁਸ਼ਾਸਿਤ ਢੰਗ ਨਾਲ ਹੋਵੇ, ਉਹ ਜਨ ਜੀਵਨ ਵਿੱਚ, ਸ਼ਹਿਰੀ ਜਨ ਜੀਵਨ ਵਿੱਚ ਕੋਈ ਵਿਘਨ ਨਾ ਪਾਵੇ। ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ? ਬਿਲਕੁਲ ਜੀ, ਬਿਲਕੁਲ। ਮੈਂ ਇਹੀ ਗੱਲ ਕਹਿਣਾ ਚਾਹੁੰਦਾ
ਕਿ ਕਿਸਾਨ ਜੀ ਕਿਰਤੀ ਜਥੇਬੰਦੀਆਂ ਜਿਹੜੇ ਸੰਘਰਸ਼ ਕਰ ਰਹੀਆਂ ਨੇ ਜਾਂ ਵਿਰੋਧ ਦਰਜ ਕਰ ਰਹੀਆਂ ਨੇ, ਉਹ ਇਸ ਢੰਗ ਦੇ ਹੋਣ ਕਿ ਲੋਕਾਂ ਨੂੰ ਕੋਈ ਉਹਦੇ ਨਾਲ ਪ੍ਰੋਬਲਮ ਨਾ ਆਵੇ ਤੇ ਲੋਕਾਂ ਦੀ ਹਮਦਰਦੀ ਉਹਦੇ ਸਮੱਸਿਆਵਾਂ ਵੱਲ ਜਾਵੇ, ਧਿਆਨ ਲੋਕਾਂ ਦਾ ਉੱਧਰ ਜਾਵੇ। ਹਾਂਜੀ ਜੀ ਜੀ। ਅੱਛਾ, ਜਿਸ ਤਰ੍ਹਾਂ ਇਹ ਕੋਵਿਡ ਦੇ ਦਿਨਾਂ ਵਿੱਚ ਤੁਸੀਂ ਵੀ ਆਖਿਆ ਕਿ ਕੋਵਿਡ ਦੇ ਦਿਨਾਂ ਵਿੱਚ ਇਹ ਆਰਡੀਨੈਂਸ ਲਿਆਂਦੇ ਗਏ ਨੇ ਤੇ ਪਾਰਲੀਮੈਂਟ ਵਿੱਚ ਇਹਨਾਂ ਤੇ ਕੋਈ ਬਹੁਤੀ ਚਰਚਾ ਵੀ ਨਹੀਂ ਹੋਈ, ਤੇ ਇਸ ਤਰ੍ਹਾਂ ਸਰਕਾਰ ਦੀ ਕੀ ਅਸੀਂ ਇਹ ਸਮਝੀਏ ਕਿ ਇਹਦੇ ਵਿੱਚ ਸਰਕਾਰ ਦੀ ਬਦਨੀਤੀ ਹੈ ਕੋਈ ਇਹ ਆਰਡੀਨੈਂਸ ਲਿਆਉਣ ਵਿੱਚ? ਮੈਡਮ, ਪਾਰਲੀਮੈਂਟ 'ਚ ਤਾਂ ਕੋਈ ਵੀ ਡਿਸਕਸ਼ਨ ਨਹੀਂ ਹੋਈ, ਪਾਰਲੀਮੈਂਟ 'ਚ ਤਾਂ ਗਏ ਨਹੀਂ ਹੈਗੇ। ਇਹ ਤਾਂ ਕੇਂਦਰ ਸਰਕਾਰ ਨੇ ਪਾਸ ਕਰਤੇ ਤੇ ਰਾਸ਼ਟਰਪਤੀ ਨੇ ਸਾਈਨ ਕਰਤੇ। ਇਹ ਬਦਨੀਤੀ ਜੀ ਜਿਹੜੀ ਲੱਗਦੀ ਹੈ ਉਹ ਤਿੰਨੇ ਆਰਡੀਨੈਂਸਸ ਨੂੰ ਚੰਗੀ ਤਰ੍ਹਾਂ ਘੋਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਬਦਨੀਤੀ ਹੈ ਕਿ ਕਾਰਪੋਰੇਟ ਸੈਕਟਰ ਨੂੰ ਜਿਵੇਂ ਇੰਡਸਟਰੀ ਤੇ ਸਰਵਿਸ ਸੈਕਟਰ 'ਚ ਕਾਬਜ਼ ਕਰਾਇਆ ਗਿਆ, ਉਸ ਤਰ੍ਹਾਂ ਹੀ ਖੇਤੀਬਾੜੀ 'ਚ ਕਾਬਜ਼ ਕਰਾਉਣ ਦੀਆਂ ਤਿਆਰੀਆਂ ਨੇ। ਪਰ ਜਿਹੜਾ ਇਹ ਬਲਡੋਜ਼ਰ ਅੱਜ ਚੱਲ ਰਿਹਾ ਹੈ, ਇਹ ਅੱਜ ਦਾ ਨਹੀਂ, ਇਹ 1991 ਦਾ ਚੱਲਿਆ ਹੈ। ਇਹ ਲਗਾਤਾਰਤਾ ਚੱਲ ਰਿਹਾ ਹੈ। ਹੁਣ ਬਲਡੋਜ਼ਰ ਦਾ ਭਾਰ ਵੱਧ ਹੋ ਗਿਆ ਤੇ ਉਹਦੀ ਗਤੀ ਵੀ ਤੇਜ਼ ਹੋ ਗਈ, ਇਹ ਉਧਰ ਨੂੰ ਵੱਧ ਜਾ ਰਿਹਾ ਹੈ। ਪਰ ਇਹਦੇ ਵਿੱਚ ਤੁਸੀਂ ਸ਼ੁਰੂ 'ਚ ਕਿਹਾ ਸੀ ਇਹ 'ਚ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਸੀ ਵਿਗਾੜ ਆਉਣਗੇ, ਉਹ ਕਹਿ ਤੇ ਸਹਿ ਹੋ ਸਕਦੇ ਨੇ ਜਿਹੜੇ ਸਾਰਿਆਂ ਲਈ ਦੁਖਦਾਈ ਹੋਣਗੇ। ਜੀ ਜੀ। ਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ 1991 ਤੋਂ ਜਦੋਂ ਆਰਥਿਕ ਸੁਧਾਰ ਲਾਗੂ ਹੋਏ, ਜਦੋਂ ਵਿਸ਼ਵ ਦੀਆਂ ਜਿਹੜੀਆਂ ਕਾਰਪੋਰੇਟ ਤਾਕਤਾਂ ਨੇ ਜਾਂ ਜਿਹੜਾ ਵਿਸ਼ਵ ਬੈਂਕ ਹੈ ਤੇ ਇਹ ਸਾਰੀਆਂ ਜਿਹੜੀਆਂ ਆਲਮੀ ਜਥੇਬੰਦੀਆਂ ਕਾਰਪੋਰੇਟ ਸੈਕਟਰ ਦੇ, ਕਾਰਪੋਰੇਟ ਕੰਪਨੀਆਂ ਦੇ ਦਬਾਅ ਥੱਲੇ ਭਾਰਤ ਜਿਹੇ ਮੁਲਕਾਂ ਨੂੰ ਦਬਾਅ ਹੇਠ ਲੈ ਰਹੀਆਂ ਨੇ ਕਿ ਇਹ ਸੁਧਾਰ ਲਾਗੂ ਕੀਤੇ ਜਾਣ, ਤੇ ਇਹ ਉਦੋਂ ਤੋਂ ਬਿਲਕੁਲ ਇਹ ਤੁਸੀਂ ਠੀਕ ਆਖਿਆ ਕਿ 1991 ਤੋਂ ਹੀ ਇਹ ਦੌਰ ਸ਼ੁਰੂ ਹੋਇਆ, ਪਰ ਇਹਨਾਂ ਨੇ ਇਹ ਤੇਜ਼ ਕਰ ਦਿੱਤਾ ਹੈ। ਇਸ ਵੇਲੇ ਕੇਂਦਰ ਦੀ ਸਰਕਾਰ ਨੇ ਤੇਜ਼ ਕਰ ਦਿੱਤਾ ਹੈ ਇਹਨਾਂ ਦੇ। ਡਾਕਟਰ ਸਾਹਿਬ, ਸਾਨੂੰ ਇਹ ਦੱਸੋ ਕਿ ਇਹਨਾਂ ਆਰਥਿਕ ਸੁਧਾਰਾਂ ਦੇ ਨਾਂ ਤੇ, ਜੋ ਖੇਤੀ ਦੇ ਸੁਧਾਰਾਂ ਦੇ ਨਾਂ ਤੇ ਕਿਸਾਨੀ ਨੂੰ ਖੁੱਲੀ ਮੰਡੀ ਅਤੇ ਉਹਦੀ ਮਰਜ਼ੀ ਨਾਲ ਉਹ ਆਪਣੀ ਜਿਣਸ ਵੇਚ ਸਕੇ, ਇਹਦੇ ਦਿਖਾਵੇ ਹੇਠ, ਇਹਦੇ ਪਰਦੇ ਹੇਠ ਇਹਦੇ ਅਸਲ ਮਾਇਨੇ ਕੀ ਨੇ? ਇਹ ਕਿ ਲੇਮੈਨ ਨੂੰ ਵੀ ਸਮਝ ਆ ਜਾਵੇ ਗੱਲ, ਸਾਨੂੰ ਮੋਟੇ ਠੁੱਲੇ ਜੇ ਸਾਦੇ ਸ਼ਬਦਾਂ ਵਿੱਚ ਇਹਦੀ ਹੋਰ ਬਰੀਕੀ ਸਮਝਾਓ। ਇਹ ਮੈਡਮ, ਪਹਿਲੀ ਗੱਲ ਤਾਂ ਹੈ ਜੀ, ਸਾਨੂੰ ਲਫ਼ਜ਼ ਸੁਧਾਰ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਸਾਨੂੰ ਸਮਝਣਾ ਚਾਹੀਦਾ ਕਿ ਬਿਲਕੁਲ ਠੀਕ ਤੁਸੀਂ ਆਖ ਰਹੇ ਹੋ ਕਿ ਵੀ ਸੁਧਾਰ ਕੀ ਹੈ। ਸੁਧਾਰ ਉਹ ਹੁੰਦਾ ਹੈ ਜਿਹੜਾ ਵੱਡੀ ਬਹੁ ਗਿਣਤੀ ਦੇ ਫਾਇਦੇ ਲਈ ਹੋਵੇ। ਸੁਧਾਰ ਦੀ ਕੀਮਤ ਤਾਂ ਕਿਸੇ ਨੂੰ ਦੇਣੀ ਪਊਗੀ। ਜਿਹੜੇ ਆਰਥਿਕ ਸੁਧਾਰ ਹੈ, ਜੇ ਤਾਂ ਵੱਡੀ ਬਹੁ ਗਿਣਤੀ ਦਾ ਫਾਇਦਾ ਹੁੰਦਾ ਹੈ ਤਾਂ ਉਹ ਆਰਥਿਕ ਸੁਧਾਰ ਹੈ, ਨਹੀਂ ਤਾਂ ਉਹ ਆਰਥਿਕ ਨੀਤੀਆਂ ਨੇ ਜਾਂ ਆਰਥਿਕ ਵਿਗਾੜ ਨੇ। 1991 ਤੋਂ ਲਗਾਤਾਰ ਸਾਡੇ ਦੇਸ਼ 'ਚ ਆਰਥਿਕ ਸੁਧਾਰਾਂ ਦੇ ਨਾਂ ਤੇ ਆਰਥਿਕ ਵਿਗਾੜ ਲੈਂਦੇ ਜਾ ਰਹੇ ਨੇ, ਜਿਹੜੇ ਲੋਕ ਵਿਰੋਧੀ ਨੇ ਤੇ ਕਾਰਪੋਰੇਟ ਜਗਤ ਦੇ ਪੱਖੀ ਨੇ ਤੇ ਕੁਦਰਤ ਵਿਰੋਧੀ ਵੀ ਨੇ। ਤੇ ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਆਰਡੀਨੈਂਸ ਲਿਆਂਦੇ ਨੇ, ਉਹ 'ਚ ਕਿਹਾ ਗਿਆ ਕਿ ਕਿਸਾਨਾਂ ਲਈ ਖੁੱਲੀ ਮੰਡੀ ਹੋਊਗੀ, ਕਿਸਾਨ ਆਪਦੀ ਫਸਲ ਨੂੰ ਜਿੱਥੇ ਚਾਹੁਣ ਉਹ ਵੇਚ ਸਕਣਗੇ, ਕਿਸਾਨਾਂ ਨੂੰ ਆਪਦੀਆਂ ਜਿਣਸਾਂ ਦੇ ਵੱਧ ਭਾਅ ਮਿਲਣਗੇ। ਇਹ ਜਿੰਨੀ ਕੁ ਮੈਨੂੰ ਸਮਝ ਹੈਗੀ ਇਕਨੋਮਿਕਸ ਆਫ ਐਗਰੀਕਲਚਰ ਦੀ ਤੇ ਜਾਂ ਰੂਰਲ ਇਕੋਨਮੀ ਨੂੰ ਮੈਂ ਸਮਝਦਾ, ਮੈਨੂੰ ਇਹ ਬਿਲਕੁਲ ਵੀ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੇ ਹਿੱਤ ਕਿਵੇਂ ਅੱਗੇ ਜਾਣਗੇ। ਕਿਉਂਕਿ ਹੁਣ ਸਾਡੇ ਕੋਲ APMC ਮੰਡੀਆਂ ਨੇ। ਇਹ 2005-6 'ਚ ਬਿਹਾਰ ਨੇ ਆਪਦਾ APMC ਐਕਟ ਖਤਮ ਕਰਕੇ ਉੱਥੇ ਖੁੱਲੀ ਮੰਡੀ ਜਾਂ ਪ੍ਰਾਈਵੇਟ ਨਿੱਜੀ ਮੰਡੀਆਂ ਲਿਆਂਦੀਆਂ ਸੀ। ਇਹ ਉੱਥੇ ਇਹੋ ਜਿਹਾ ਸਤਿਆਨਾਸ਼ ਹੋਇਆ ਕਿ ਉੱਥੋਂ ਦਾ ਕਿਸਾਨ ਟਰੱਕਾਂ 'ਚ ਆਪਦੀ ਫਸਲ ਭਰ ਕੇ ਹਰਿਆਣੇ, ਪੰਜਾਬ 'ਚ ਵੇਚਣ ਲਈ ਆਉਂਦਾ ਹੈਗਾ। ਤੇ ਜੇ ਸਾਡੇ ਵਾਲੇ ਕਿਸਾਨ ਹੋਣਗੇ ਜਾਂ ਪੂਰੇ ਦੇਸ਼ ਦੇ ਕਿਸਾਨ ਲਈ 86% ਤੋਂ ਵੱਧ ਕਿਸਾਨ ਉਹ ਨੇ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਉਹਦਾ ਆਪਦੀ ਜਿਣਸ ਪਿੰਡ ਤੋਂ ਸ਼ਹਿਰ ਲਿਜਾਣ ਲਈ ਵੀ ਕਿਰਾਏ ਦੀ ਟਰਾਲੀ ਭਾਲਦੇ ਨੇ। ਇਹ ਮੇਰਾ ਪਿੰਡ ਖੰਨੇ ਨਜ਼ਦੀਕੀ ਸੜੂ ਹੈ, 10 ਕਿਲੋਮੀਟਰ ਤੇ ਮੰਡੀ ਹੈ ਏਸ਼ੀਆ ਦੀ ਗ੍ਰੇਨ ਮਾਰਕੀਟ ਵੱਡੀ ਖੰਨਾ, ਤੇ ਉੱਥੇ ਲਿਆਉਣ ਲਈ ਵੀ ਮੈਂ ਆਪਦੇ ਪਿੰਡ ਦੇ ਕਿਸਾਨਾਂ ਨੂੰ ਦੇਖਦਾ ਕਿ ਉਹ ਕਿਰਾਏ ਦੀ ਟਰਾਲੀ ਜਦ ਤੱਕ ਨਹੀਂ ਮਿਲਦੀ ਆਪਦੀ ਫਸਲ ਨਹੀਂ ਕਟਾਉਂਦੇ ਹੈਗੇ। ਤੇ ਉਹ ਦੂਜੇ ਸੈਂਕੜੇ ਕਿਲੋਮੀਟਰ, 1000 ਕਿਲੋਮੀਟਰ ਕਿਵੇਂ ਜਾਣਗੇ ਕਿ ਦੂਜੇ ਵੱਧ ਲੈਣਗੇ। ਪਹਿਲੀ ਗੱਲ, ਜੇ ਇਹ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਬਹੁਤ ਘੱਟ ਸਮੇਂ ਲਈ ਇਹ ਹੋਊਗਾ ਕਿ ਜੇ ਅੰਦਰ ਫਸਲ ਜਿੰਨੇ ਨੂੰ ਵਿਕ ਰਹੀ ਹੈ ਉਹ ਤੇ ਮੰਨ ਲਓ ਕਿ 200 ਰੁਪਇਆ ਕਿਰਾਇਆ, 200 ਰੁਪਇਆ ਖਰਚੇ ਪੈ ਰਹੇ ਨੇ, ਉਹ ਚੋਂ ਕਾਰਪੋਰੇਸ਼ਨਾਂ ਜਾਂ ਵਪਾਰੀ 100 ਰੁਪਇਆ ਉਹਨਾਂ ਦੇ ਦੇਣਗੇ, 100 ਰੁਪਇਆ ਆਪ ਸਸਤਾ ਲੈ ਲੈਣਗੇ। ਪਰ ਲੰਬੇ ਸਮੇਂ 'ਚ ਵਪਾਰੀਆਂ ਤੇ ਕਾਰਪੋਰੇਸ਼ਨਾਂ ਦਾ ਧਰਮ ਹੁੰਦਾ ਨਫਾ। ਜੇ ਨਫੇ ਦਾ ਹੈਗਾ ਉਹ ਫਿਰ ਸਾਡੇ ਨਾਲ ਬਿਹਾਰ ਵਾਲੀ ਹੋਊਗੀ ਕਿ MSP ਖਤਮ ਨਹੀਂ ਕੀਤੀ ਜਾਊਗੀ। MSP ਦਾ ਮੀਨਿੰਗ ਖਤਮ ਹੋ ਜਾਊਗਾ। MSP ਦਾ ਹੁਣ ਵੀ 23 ਫਸਲਾਂ ਲਈ ਹੈਗੀ। ਜੇ 23 ਫਸਲਾਂ ਲਈ ਹੈ, ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਹੁਣ ਮੱਕੀ ਦੀ MSP 1850 ਹੈ, ਉਹ 800 1000 ਨੂੰ ਵਿਕਦੀ ਹੈ।
ਉਹ MSP ਦਾ ਕੀ ਮੀਨਿੰਗ ਹੈ। ਇਹ ਇਸ ਲਈ ਜਿਹੜੀ ਇਹ ਰੌਲਾ ਪਾਇਆ ਜਾ ਰਿਹਾ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ NDA ਅਲਾਇੰਸ ਹੈ, ਜਿਹੜਾ ਕੁਝ ਉਹ ਕਹਿ ਰਹੇ ਨੇ ਇਹ ਕਾਰਪੋਰੇਸ਼ਨਾਂ ਦੇ ਹੱਕ 'ਚ ਭੁਗਤ ਰਿਹਾ ਹੈ। ਇਹਦੇ ਨਾਲ ਕਿਸਾਨਾਂ ਦਾ ਭਲਾ ਨਹੀਂ, ਕਿਸਾਨਾਂ ਦਾ ਉਜਾੜਾ ਹੋਣ ਜਾ ਰਿਹਾ ਹੈ। ਕਾਰਪੋਰੇਟ ਸੈਕਟਰ ਦਾ ਜਿਹੜਾ ਹੈਗਾ ਫਾਇਦਾ ਹੋਊਗਾ, ਜਿਹੜਾ ਨਾ ਕਿਸਾਨਾਂ ਦੇ ਹੱਕ 'ਚ ਜਾਊਗਾ, ਨਾ ਖੇਤ ਮਜ਼ਦੂਰਾਂ ਦੇ, ਨਾ ਪਿੰਡੂ ਛੋਟੇ ਕਾਰੀਗਰਾਂ ਦੇ, ਨਾ ਹੀ ਦੇਸ਼ ਦੇ ਹੱਕ 'ਚ ਜਾਊਗਾ। ਕਿਉਂਕਿ 1960 'ਚ ਆਪਾਂ ਕੇਂਦਰ ਸਰਕਾਰ ਨੇ ਆਪਣੀ ਨੇ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਾਉਣ ਲਈ ਠੂਠਾ ਫੜਨ ਵਰਗੀ ਨੌਬਤ ਦਾ ਸਾਹਮਣਾ ਕੀਤਾ ਸੀ। ਜੇ ਉਸ ਮੌਕੇ ਸਾਡੀ ਆਬਾਦੀ 44 ਕਰੋੜ ਤੋਂ ਘੱਟ ਸੀ, ਸਾਡੀ ਆਬਾਦੀ 44 ਕਰੋੜ 1971 'ਚ ਹੁੰਦੀ ਹੈ, ਉਦੋਂ ਪਹਿਲਾਂ ਦੀ ਗੱਲ ਹੈ, 1960 ਦੇ ਅਖੀਰ ਦੀ। ਤੇ ਫਿਰ ਜੇ ਹੁਣ ਸਾਨੂੰ ਅਨਾਜ ਬਾਹਰੋਂ ਮੰਗਵਾਉਣਾ ਪੈ ਗਿਆ, ਜਦੋਂ ਸਾਡੀ ਆਬਾਦੀ 135 ਕਰੋੜ ਤੋਂ ਵੱਧ ਗਈ ਹੈ, ਫਿਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਕਿਸ ਭਾਅ ਅਨਾਜ ਮਿਲੂਗਾ ਤੇ ਦੇਸ਼ ਨੂੰ ਉਹਦੀ ਕੀ ਕੀਮਤ ਦੇਣੀ ਪਊਗੀ, ਮਿਲੂਗਾ ਵੀ ਜਾਂ ਨਹੀਂ। ਇਹ ਸੋਚਣ ਵਾਲੀਆਂ ਗੱਲਾਂ ਨੇ। ਨਹੀਂ ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਕਿਸਾਨ ਤਾਂ ਕੰਮ ਕਰ ਰਹੇ ਨੇ ਨਾ, ਸਾਨੂੰ ਵਿਦੇਸ਼ਾਂ ਤੋਂ ਅਨਾਜ ਖਰੀਦਣ ਦੀ ਲੋੜ ਕਿਉਂ ਪਏਗੀ? ਆਪਣੇ ਕਿਸਾਨਾਂ ਨੇ ਤਾਂ ਕਿਰਤ ਕਰਕੇ ਭੰਡਾਰ ਭਰੇ ਹੋਏ ਨੇ ਸਾਰੇ ਮੁਲਕ ਦੇ। ਮੈਡਮ ਇਹ ਗੱਲ ਹੈ ਕਿ ਜਦੋਂ ਕਿਸਾਨਾਂ ਨੂੰ ਦਰਕਾਰਤਾ ਉਜਾੜਤਾ, ਕਾਰਪੋਰੇਸ਼ਨਾਂ ਆ ਗਈਆਂ, ਕਾਰਪੋਰੇਸ਼ਨਾਂ ਕਿਉਂ ਕਣਕ ਤੇ ਚੌਲਾਂ ਦੀ ਖੇਤੀ ਕਰਨਗੀਆਂ? ਕਣਕ ਤੇ ਧਾਨ ਦੀ ਖੇਤੀ ਕਰਨਗੀਆਂ। ਉਹ ਖੇਤੀ ਕਰਨਗੀਆਂ ਉਹਨਾਂ ਜਿਨਸਾਂ ਦੀ ਜਿਨ੍ਹਾਂ ਦੀ ਇੰਟਰਨੈਸ਼ਨਲ ਮਾਰਕੀਟ 'ਚ ਚੰਗੀ ਪ੍ਰਾਈਸ ਮਿਲ ਸਕਦੀ ਹੈ। ਉਹ ਗੁਆਰਾ ਹੋ ਸਕਦਾ ਹੈ, ਉਹ ਨਸੁਕੜਾ ਹੋ ਸਕਦਾ ਹੈ, ਉਹ ਕੋਈ ਚੀਜ਼ ਹੋਰ ਫਲੀਆਂ ਹੋ ਸਕਦੀਆਂ ਨੇ, ਉਹ ਅਲਸੀ ਹੋ ਸਕਦੀ ਹੈ। ਜਿਹੜੀ ਵੀ ਚੀਜ਼ ਦੀ ਇੰਟਰਨੈਸ਼ਨਲ ਮਾਰਕੀਟ 'ਚ ਡਿਮਾਂਡ ਹੋਊ ਉਹ ਕਰਨਗੇ। ਪਰ ਇਹ ਜਿਹੜੀਆਂ ਚੀਜ਼ਾਂ ਨੇ, ਗੁਆਰਾ, ਫਲੀਆਂ, ਅਲਸੀ, ਐਰਾ ਵਗੈਰਾ, ਇਹਨਾਂ ਨਾਲ ਢਿੱਡ ਨਹੀਂ ਭਰਦਾ। ਇਹ ਸਪਲੀਮੈਂਟ ਤਾਂ ਕਰ ਸਕਦੀਆਂ ਸਾਡੀ ਖੁਰਾਕ ਨੂੰ। ਸਾਡੀ ਖੁਰਾਕ ਤਾਂ ਜਿਹੜੀ ਹੈਗੀ ਸੀਰੀਅਲ ਦੇ ਵਿੱਚੋਂ, ਜਿਹਦੇ 'ਚ ਕਣਕ ਚੌਲ ਮੇਨ ਨੇ, ਉਹਦੇ ਵਿੱਚੋਂ ਆਉਣੀ ਹੈ। ਇਸ ਕਰਕੇ ਸਾਨੂੰ ਬਾਹਰੋਂ ਮੰਗਵਾਉਣ ਦੀ ਲੋੜ ਪਊ, ਜਿਹੜੀ ਮਿਲਣ ਦੀ ਸੰਭਾਵਨਾਵਾਂ ਬਹੁਤ ਘੱਟ ਨੇ। ਤੇ ਡਾਕਟਰ ਸਾਹਿਬ ਇਹ ਦੱਸੋ ਬਈ ਇਹ ਜਿਹੜੇ ਆਰਡੀਨੈਂਸ ਆਏ ਨੇ, ਆਪਾਂ ਵਾਰ-ਵਾਰ ਤਾਂ ਕਹਿ ਰਹੇ ਹਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਤੇ ਬਹੁਤ ਮਾੜਾ ਅਸਰ ਪਏਗਾ ਇਹਦੇ ਨਾਲ, ਕਿਉਂਕਿ ਆਮ ਮੰਡੀਆਂ ਖਤਮ ਹੋ ਜਾਣਗੀਆਂ, ਮੰਡੀ ਬੋਰਡ ਤੇ ਵੀ ਅਸਰ ਪਏਗਾ ਇਹਨਾਂ ਸਾਰੀਆਂ ਚੀਜ਼ਾਂ ਨਾਲ। ਕਿਉਂਕਿ ਮੰਡੀ ਬੋਰਡ ਵਰਗੇ ਜਿਹੜੇ ਅਦਾਰੇ ਨੇ ਉਹ ਪਿੰਡਾਂ ਦਾ, ਛੋਟੇ ਸ਼ਹਿਰਾਂ ਦੀਆਂ ਲਿੰਕ ਸੜਕਾਂ ਤੇ ਹੋਰ ਵਿਕਾਸ ਦੇ ਕੰਮਾਂ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਇਹਦੇ ਕੀ ਅਰਥ ਹੋਣਗੇ ਇਹ ਖੁੱਲੀ ਮੰਡੀ ਨਾਲ? ਇਸ ਸਿਲਸਿਲੇ ਵਿੱਚ ਕੀ ਗੱਲ ਬਣੇਗੀ? ਦੇਖੋ ਜੀ, ਸਾਨੂੰ ਦੱਸਿਆ ਤਾਂ ਇਹ ਜਾ ਰਿਹਾ ਹੈ ਕਿ ਚਿੱਠੀ ਆਈ ਹੈ ਕਿ ਉਹਨਾਂ ਨੇ ਕਿਹਾ ਨਾ MSP ਖਤਮ ਹੋਊਗੀ, ਨਾ ਪ੍ਰੋਕਿਉਰਮੈਂਟ ਖਤਮ ਹੋਊਗੀ। ਜਦੋਂ ਕਿ ਪ੍ਰੋਕਿਉਰਮੈਂਟ ਬਾਰੇ ਚਿੱਠੀ 'ਚ ਕੁਝ ਵੀ ਨਹੀਂ ਲਿਖਿਆ ਹੋਇਆ ਹੈਗਾ। ਪਰ ਜਦੋਂ ਨਾਲ ਮੰਡੀ ਬਰਾਬਰ ਖੜੀ ਕਰ ਦਿੱਤੀ ਗਈ ਤਾਂ ਉਹਦੇ ਵਿੱਚ 100 ਰੁਪਇਆ ਵੱਧ ਦਿੱਤਾ ਗਿਆ। ਅੰਦਰਲੀ ਮੰਡੀ APMC ਮੰਡੀ ਦੇ ਵਿੱਚ 200 ਰੁਪਇਆ ਫਾਲਤੂ ਪੈ ਰਿਹਾ ਹੈ, ਤਾਂ ਉਹ ਆਪਣੇ ਆਪ ਖਤਮ ਹੋ ਜਾਊ। ਉਹਦੇ ਖਤਮ ਹੋਣ ਨਾਲ ਹੁਣ ਵੀ 1 ਸਾਲ ਦੇ ਵਿੱਚ ਪੰਜਾਬ ਨੂੰ 3900 ਕਰੋੜ ਰੁਪਏ ਦਾ ਰੈਵਨਿਊ ਆ ਰਿਹਾ ਹੈਗਾ, ਜਿਹੜਾ ਐਗਰੀਕਲਚਰ ਮਾਰਕੀਟਿੰਗ ਬੋਰਡ ਨੂੰ ਉਹ ਪਿੰਡਾਂ ਦੀਆਂ ਲਿੰਕ ਰੋਡ ਤੇ, ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ, ਰੂਰਲ ਡਿਵੈਲਪਮੈਂਟ ਤੇ ਲੱਗ ਰਿਹਾ ਹੈ। ਇਹ ਪੈਸਾ ਫਿਰ ਸਾਨੂੰ ਕਿੱਥੋਂ ਲਿਆਉਣਾ ਪਊਗਾ? ਕੇਂਦਰ ਸਰਕਾਰ ਤਾਂ GST ਲਈ ਵੀ ਇਹ ਕਹੇਗੀ ਕਿ ਸੂਬਾ ਸਰਕਾਰਾਂ ਆਪਦੇ ਲੈਵਲ ਤੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਜਾਂ ਮਾਰਕੀਟ ਤੋਂ ਲੈਣ, ਫਿਰ ਜਿਹੜਾ ਇਹ ਉਧਾਰ ਲੈਣ ਜੀ, ਆਪਦੀਆਂ ਟਰਮਸ ਤੇ ਲੈਣ, ਆਪ ਮੋੜਨ। ਤੇ ਜਿਹੜਾ ਹੁਣ ਹੈ ਕਿ ਉਹ ਕਾਨੂੰਨ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ। ਫਿਰ ਜਿਹੜਾ ਆਹ ਹਾਲਤ ਹੋਊਗੀ, ਇਹਦੇ ਵਿੱਚ ਪੈਸਾ ਕਿੱਥੋਂ ਆਊਗਾ ਤੇ ਸਾਡੀਆਂ ਸਰਕਾਰਾਂ ਕੀ ਕਰਨਗੀਆਂ? ਤੇ ਉਹ ਸਮਝ ਤੋਂ ਬਾਹਰ ਹੈ ਕਿ ਸਾਡਾ ਬਹੁਤ ਵੱਡਾ ਨੁਕਸਾਨ ਸਿਰਫ ਪੈਸੇ ਦਾ ਨਹੀਂ ਹੋਊਗਾ, ਉੱਥੇ ਬਹੁਤ ਵੱਡੀ ਗਿਣਤੀ 'ਚ ਮਜ਼ਦੂਰ ਨੇ, ਆੜ੍ਹਤੀਏ ਨੇ, ਤੇ ਸਾਡਾ ਪੂਰਾ ਇਨਫਰਾਸਟਰਕਚਰ ਹੈ ਕਿ ਐਤਕੀ COVID-19 ਕਰਕੇ ਕਣਕ ਦੀ ਪ੍ਰੋਕਿਉਰਮੈਂਟ ਇਹ ਸਾਡੀਆਂ APMC ਮੰਡੀਆਂ ਕਰਕੇ ਹੋ ਗਈ ਹੈ। ਨਹੀਂ ਕਣਕ ਰੁਲ ਜਾਂਦੀ, ਕਿਸਾਨ ਰੁਲ ਜਾਂਦੇ, ਦੇਸ਼ ਰੁਲ ਜਾਂਦਾ ਜੀ। ਦੇਸ਼ ਰੁਲ ਜਾਂਦਾ, ਬਿਲਕੁਲ। ਪਰ ਇਸ ਵੇਲੇ ਹਾਲੇ ਕਿਸਾਨ ਹੀ ਵਿਰੋਧ ਵਿੱਚ ਨਿਤਰੇ ਹਨ। ਇਹ ਆੜ੍ਹਤੀਏ ਤੇ ਹੋਰ ਜਿਹੜੀਆਂ ਧਿਰਾਂ ਨੇ ਉਹ ਹਾਲੇ ਇਸ ਬਾਰੇ ਸੁਚੇਤ ਨਹੀਂ ਹੋਈਆਂ। ਤੁਸੀਂ ਕੀ ਸਮਝਦੇ ਹੋ ਵੀ ਇਹਦਾ ਕੀ ਕਾਰਨ ਨੇ? ਇਹ ਨਹੀਂ ਮੈਡਮ, ਇਹ ਆੜ੍ਹਤੀਏ ਤਾਂ ਆ ਗਏ ਨੇ। ਕੱਲ੍ਹ ਦੀਆਂ ਜਿਹੜੀਆਂ ਨਿਊਜ਼ ਨੇ ਉਹ 'ਚ ਆੜ੍ਹਤੀਏ ਵੀ ਕਿਸਾਨਾਂ ਦੇ ਨਾਲ ਆ ਗਏ ਨੇ ਕਿ ਉਹਨਾਂ ਵੀ ਨੁਕਸਾਨ ਵੱਡਾ ਹੈਗਾ। ਤੇ ਇਦੋਂ ਵੀ ਨਹੀਂ, ਉਹ ਆਏ ਨੇ ਪਰ ਵੱਡੇ ਪੱਧਰ ਤੇ ਹਾਲੇ ਨਹੀਂ ਆ ਰਹੇ, ਜਥੇਬੰਦਕ ਤੌਰ ਤੇ ਨਹੀਂ ਆ ਰਹੇ। ਇਹ ਹਰਿਆਣੇ 'ਚ, ਪੰਜਾਬ 'ਚ ਸ਼ੁਰੂ ਹੋ ਗਏ ਨੇ ਜੀ। ਤੇ ਪਰ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਣਾ ਹੈ ਉਹ ਐਗਰੀਕਲਚਰ ਮਾਰਕੀਟਿੰਗ ਸਿਸਟਮ ਦਾ ਤਾਂ ਹੋਣਾ ਹੀ ਹੋਣਾ। ਨਾਲ ਜਿਹੜੇ ਸਾਡੇ ਪੱਲੇਦਾਰ ਨੇ, ਮਜ਼ਦੂਰ ਨੇ, ਇਹ ਟਰਾਂਸਪੋਰਟ ਵਾਲੇ ਨੇ, ਬਹੁਤ ਲੋਕ ਕਿਰਤੀ ਇਨਵੋਲਵਡ ਹੈ, ਉਹਨਾਂ ਦਾ ਨੁਕਸਾਨ ਐਡਾ ਵੱਡਾ ਹੋਊਗਾ ਕਿ ਹੁਣ ਤਾਂ ਕਰੋਨਾ ਮਹਾਮਾਰੀ ਕਰਕੇ 2 ਡੰਗ ਦੀ ਰੋਟੀ ਦਾ ਰੌਲਾ ਹੈਗਾ। ਲੋਕ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਰਹੇ ਨੇ, ਘਰੇ ਬਿਠਾ ਰਿਹਾ ਜਾਂ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ। ਫਿਰ ਜੇ ਸਾਰੇ ਦਾ ਨੁਕਸਾਨ ਕਰ ਲਿਆ, ਅਸੀਂ ਤਾਂ ਉਹਨਾਂ ਦੀ 2 ਡੰਗ ਦੀ ਰੋਟੀ ਵੀ ਖੋਲਾਂਗੇ, ਅਸੀਂ ਕਿਹੜਾ ਉਹਦਾ ਭਲਾ ਕਰਾਂਗੇ? ਇਸ ਲਈ ਕੇਂਦਰ ਸਰਕਾਰ ਦਾ ਇਹ ਬਣਦਾ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਆਰਡੀਨੈਂਸਿਸ ਨੂੰ ਵਾਪਸ ਲਵੇ। ਇਹਨਾਂ ਨੂੰ ਲੋਕ ਸਭਾ 'ਚ, ਰਾਜ ਸਭਾ 'ਚ ਲਿਆਉਣ ਦੀ ਲੋੜ ਹੀ ਨਹੀਂ ਹੈ। ਇਹਨਾਂ ਨੂੰ ਬਿੱਲ ਬਣਾਉਣ ਦੀ ਲੋੜ ਨਹੀਂ, ਇਹਦੇ ਐਕਟ ਪਾਸ ਕਰਨ ਦੀ ਲੋੜ ਨਹੀਂ।
ਜੀ ਜੀ। ਤੇ ਡਾਕਟਰ ਸਾਹਿਬ ਇਹ ਦੱਸੋ ਕਿ ਇਹਨਾਂ ਮੰਡੀਆਂ ਤੋਂ ਇਲਾਵਾ ਜਿਹੜਾ ਆਮ ਲੋਕੀ ਨੇ, ਇੱਕ ਤਾਂ ਉਹ ਖੇਤਾਂ ਤੋਂ ਦੂਰ ਹੋ ਜਾਣਗੇ, ਛੋਟੀ ਕਿਸਾਨੀ ਟੁੱਟ ਜਾਏਗੀ ਹੋਰ, ਜੋ ਆਲਰੇਡੀ ਤੁਸੀਂ ਪਹਿਲਾਂ ਹੀ ਦੱਸਿਆ ਕਿ 10 ਕਿਲੋਮੀਟਰ ਤੱਕ ਮੰਡੀ 'ਚ ਛੋਟੇ ਕਿਸਾਨ ਨੂੰ ਲਿਜਾਣ ਲਈ ਟਰਾਲੀ ਕਿਰਾਏ ਤੇ ਦੇਖਣੀ ਪੈਂਦੀ ਹੈ, ਤੇ ਇੱਕ ਟਰੱਕ ਬਾਰੇ ਤਾਂ ਉਹ ਸੋਚ ਵੀ ਨਹੀਂ ਸਕਦਾ। ਤਾਂ ਕੀ ਇਹਦਾ ਇਹ ਹੋਏਗਾ ਕਿ ਛੋਟੇ ਕਿਸਾਨਾਂ ਨੂੰ ਖਾ ਜਾਣਗੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਛੋਟੀ ਕਿਸਾਨੀ ਨੂੰ? ਤੇ ਜਦੋਂ ਛੋਟੀ ਕਿਸਾਨੀ ਖਾਧੀ ਗਈ ਤਾਂ ਫਿਰ ਸੁਭਾਵਿਕ ਤੌਰ ਤੇ ਹੋਰ ਜਿਹੜੇ ਜੁੜੇ ਹੋਏ ਕਿੱਤੇ ਨੇ, ਖੇਤੀ ਨਾਲ ਸੰਬੰਧਿਤ ਨੇ, ਉਹਨਾਂ ਤੇ ਵੀ ਬਹੁਤ ਨੈਗੇਟਿਵ ਅਸਰ ਪਏਗਾ। ਇਹ ਪਹਿਲੀ ਗੱਲ ਤਾਂ 86% ਤੋਂ ਵੱਧ ਛੋਟੀ ਕਿਸਾਨੀ ਹੋਇਆ ਦੇਸ਼ 'ਚ, ਹੈ ਨਾ ਜੀ, ਬਹੁਤ ਵੱਡੀ ਗਿਣਤੀ ਹੈ ਇਹ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਇਹ ਇੱਕ ਆਰਡੀਨੈਂਸ ਜਿਹੜਾ ਹੈਗਾ ਉਹ ਕੰਟਰੈਕਟ ਫਾਰਮਿੰਗ ਦੀ ਗੱਲ ਕਰਦਾ ਹੈ। ਜਦੋਂ ਕੰਟਰੈਕਟ ਫਾਰਮਿੰਗ ਹੋ ਗਈ ਤਾਂ ਹਾਈਲੀ ਡਿਵੈਲਪ ਕੰਟਰੀ ਦਾ ਐਕਸਪੀਰੀਅੰਸ ਹੈ ਕਿ ਜਦੋਂ ਉੱਥੇ ਕੰਟਰੈਕਟ ਹੁੰਦਾ ਉਹ ਵੱਡੇ ਫਾਰਮਰਸ ਨਾਲ ਕਰਦੇ ਆ, ਉਹਨਾਂ ਨੂੰ ਉੱਥੋਂ ਪ੍ਰੋਕਿਓਰ ਕਰਨਾ ਸੌਖਾ ਹੁੰਦਾ, ਉਹਦੀ ਕਾਸਟ ਆਫ ਪ੍ਰੋਕਿਓਰਮੈਂਟ ਘੱਟ ਪੈਂਦੀ ਹੈ ਕਾਰਪੋਰੇਸ਼ਨਾਂ ਦੀ। ਤੇ ਅਮਰੀਕਾ ਦੀ ਗੱਲ ਮੈਂ ਕਰਦਾ, ਅਮਰੀਕਾ 'ਚ ਜਿਹੜੇ ਵੱਡੇ ਫਾਰਮਰ ਸੌਗੀ ਦਾ ਕੰਮ ਕਰਦੇ ਨੇ, ਇਹ ਛੋਟੇ ਫਾਰਮਰ ਉਹਨਾਂ ਨੂੰ ਆਪਦੇ ਬਹੁਤ ਘੱਟ ਕੀਮਤਾਂ ਤੇ ਆਪਦੀ ਸੌਗੀ ਵੇਚਦੇ ਨੇ ਤਾਂ ਕਿ ਉਹ ਫਿਰ ਕਾਰਪੋਰੇਸ਼ਨਾਂ ਨੂੰ ਵੇਚ ਸਕਣ। ਸਾਡੇ ਵਾਲੇ ਕਿਸਾਨ ਜਿਹੜੇ ਛੋਟੇ ਨੇ, ਹੁਣ ਤਾਂ ਉਹਨਾਂ ਦੀ MSP ਤੇ ਵਿਕਦੀ ਹੈ ਫਸਲ, ਫਿਰ ਆਪਦੀ ਫਸਲ ਵੱਡੇ ਜਿਹੜੇ ਬਹੁਤ ਵੱਡੇ ਕਿਸਾਨ ਹੋਣਗੇ ਉਹਨਾਂ ਨੂੰ ਵੇਚਣਗੇ, ਫਿਰ ਤਾਂ ਜਿਹੜਾ 2 ਡੰਗ ਇਹਦਾ ਚੁੱਲ੍ਹਾ ਬਲਦਾ ਉਹ ਵੀ ਬੰਦ ਹੋ ਜਾਊਗਾ। ਪਰ ਇਹਦੇ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਸੀ ਵਿਗਾੜ ਹੋਣਗੇ ਜਿਹੜੇ ਝੱਲਣੇ ਸਾਰਿਆਂ ਲਈ ਬਹੁਤ ਔਖੇ ਹੋਣਗੇ। ਹਾਂਜੀ। ਤੇ ਕੀ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਲੋਕਾਂ ਨੂੰ, ਆਮ ਲੋਕਾਂ ਨੂੰ, ਸ਼ਹਿਰੀਆਂ ਨੂੰ, ਪੇਂਡੂਆਂ ਨੂੰ, ਸਾਰਿਆਂ ਨੂੰ ਹੁਣ ਇਸ ਦੇ ਖਿਲਾਫ ਲੜਨਾ ਚਾਹੀਦਾ? ਕਿਉਂਕਿ ਜਿਹੜਾ ਇਹ ਜ਼ਖੀਰੇਬਾਜ਼ੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਜ਼ਖੀਰੇਬਾਜ਼ੀ ਨੂੰ ਪ੍ਰਮੋਟ ਕਰਦਾ ਇਹ ਆਰਡੀਨੈਂਸ, ਕਿ ਜਮਾ ਕਰਕੇ ਰੱਖੀਆਂ ਜਾ ਸਕਣਗੀਆਂ ਕੋਈ ਵੀ ਜਿਣਸਾਂ, ਤੇ ਉਹਦੇ ਨਾਲ ਆਮ ਲੋਕਾਂ ਨੂੰ ਵੀ ਭਾਅ ਵੱਧ ਮਿਲੇਗਾ। ਨਹੀਂ, 2 ਸਵਾਲ ਨੇ ਜੀ। ਮਹਿੰਗੀ ਮਿਲੇਗੀ ਚੀਜ਼, ਮੈਂ ਕਹਿਣਾ ਚਾਹੁੰਦੀ ਹਾਂ ਕਿ ਚੀਜ਼ ਮਹਿੰਗੀ ਮਿਲੇਗੀ। ਨਹੀਂ, ਤੁਹਾਡੇ 2 ਸਵਾਲ ਬਣਦੇ ਨੇ। ਇੱਕ ਤਾਂ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਆ, ਉਹਨੂੰ ਬਹੁਤ ਨਰਮ ਕਰਨ ਬਾਰੇ ਹੈ। ਜਦੋਂ ਇਧਰੋਂ MSP ਰਜੀਮ ਖਤਮ ਕਰਤਾ, ਪ੍ਰੋਕਿਓਰਮੈਂਟ ਖਤਮ ਕਰਤੀ, ਤਾਂ ਵੱਡੀਆਂ ਕਾਰਪੋਰੇਸ਼ਨਾਂ ਹਾਰਵੈਸਟਿੰਗ ਮੌਕੇ ਫਸਲ ਨੂੰ ਬਹੁਤ ਘੱਟ ਕੀਮਤਾਂ ਤੇ ਪ੍ਰੋਕਿਓਰ ਕਰਨਗੀਆਂ। ਪਰ ਫਿਰ ਜਦੋਂ ਮਤਲਬ ਉਹਦੇ ਸਟਾਕ ਤੇ ਕੋਈ ਲਿਮਟ ਨਹੀਂ ਹੈਗੀ ਤਾਂ ਜਿੰਨਾ ਮਰਜ਼ੀ ਸਟਾਕ ਕਰਨ, ਉਹ ਹੌਲੀ ਹੌਲੀ ਮਾਰਕੀਟ 'ਚ ਲੈ ਕੇ ਆਉਣਗੀਆਂ। ਤੇ ਹੁਣ ਆਲੂਆਂ 'ਚੋਂ ਸ਼ੁਰੂ ਹੋ ਚੁੱਕਿਆ, ਕੀਮਤਾਂ ਡੇਢੀਆਂ ਦੁੱਗਣੀਆਂ ਹੋ ਗਈਆਂ ਨੇ। ਇਸ ਲਈ ਜਿਹੜੀਆਂ ਬਾਕੀ ਫਸਲਾਂ ਨੇ ਉਹਨਾਂ 'ਚ ਵੀ ਜਿਹੜੀਆਂ ਜਿਣਸਾਂ ਨੇ ਉਹਨਾਂ ਨਾਲ ਵੀ ਆਮ ਲੋਕਾਂ ਨੂੰ ਦੁੱਗਣੀਆਂ ਤਿੱਗਣੀਆਂ ਕੀਮਤਾਂ ਜਾਂ ਉਸ ਤੋਂ ਵੱਧ ਕੀਮਤਾਂ ਦੇ ਮਿਲਣ ਦੀ ਉਮੀਦ ਹੈਗੀ। ਤੇ ਦੂਜਾ ਤੁਹਾਡਾ ਸਵਾਲ ਸੀ ਕਿ ਆਮ ਲੋਕਾਂ ਨੂੰ ਇਹਨਾਂ ਨਾਲ ਜੋੜਨ ਦੀ ਗੱਲ। ਇਹ ਆਮ ਲੋਕ ਆਪਣੇ ਆਪੇ ਜੁੜਦੇ ਨੇ। ਮੈਨੂੰ ਰਾਜਸਥਾਨ ਦੇ ਇੱਕ ਕਿਸਾਨ ਸੰਘਰਸ਼ ਦੀ ਖਬਰ ਦਾ ਪਤਾ ਹੈ ਕਿ ਜਦੋਂ ਕਿਸਾਨਾਂ ਨੇ ਸੰਘਰਸ਼ ਕੀਤਾ ਤਾਂ ਦੁਕਾਨਦਾਰ ਉਹਨਾਂ ਦੇ ਨਾਲ ਆ ਗਏ ਸੀ, ਤੇ ਦੁਕਾਨਦਾਰਾਂ ਨੂੰ ਮੀਡੀਆ ਵਾਲਿਆਂ ਨੇ ਸਵਾਲ ਕੀਤਾ ਵੀ ਇਹਦਾ ਕਿਸਾਨਾਂ ਦਾ ਸੰਘਰਸ਼ ਹੈ, ਤੁਸੀਂ ਕਿਉਂ ਆਏ ਹੋ? ਉਹ ਕਹਿੰਦੇ ਸਾਡੇ ਪੀਪੇ ਕਿਸਾਨਾਂ ਕਰਕੇ ਹੀ ਭਰਦੇ ਨੇ, ਨਹੀਂ ਤਾਂ ਪੀਪੇ ਖਾਲੀ ਖੜਕਦੇ ਆ। ਜੇ ਕਿਸਾਨਾਂ ਨੂੰ ਦਓਗੇ ਤਾਂ ਸਾਡੇ ਪੀਪਿਆਂ ਨੂੰ ਸਮਾਨ ਆਉਣਾ, ਤਾਂ ਸਾਡੀ ਜੇਬ ਦੇ ਵਿੱਚ 4 ਪੈਸੇ ਪੈਣੇ ਨੇ। ਇਸ ਲਈ ਜਿਹੜੇ ਲੋਕ ਸਿਆਣੇ ਨੇ, ਉਹ ਚਾਹੇ ਕਿਸਾਨੀ ਦੇ ਨਾਲ ਰਿਲੇਟਡ ਦੁਕਾਨਦਾਰ ਨੇ ਜਾਂ ਸਾਰੇ ਦੇਸ਼ ਦੇ ਲੋਕ ਰੋਟੀ ਖਾਣ ਵਾਲੇ ਨੇ, ਕਿਉਂਕਿ ਕਰੋਨਾ ਮਹਾਮਾਰੀ ਦੇ ਸੰਕਟ ਨੇ ਸਾਨੂੰ ਇਹ ਦੱਸਤਾ ਹੈ ਕਿ ਇਨਸਾਨਾਂ ਲਈ ਜਿਹੜੀ ਉਹਦੀ ਜੀਵਨ ਰੇਖਾ ਹੈ, ਉਹਦੇ ਲਈ ਸਾਨੂੰ ਕਾਰਾਂ, ਕੋਠੀਆਂ, ਹਵਾਈ ਜਹਾਜ਼ਾਂ, ਫੋਨਾਂ ਦੀ ਲੋੜ ਨਹੀਂ ਹੈਗੀ। ਸਾਨੂੰ ਲੋੜ ਹੈ ਰੋਟੀ ਦੀ। ਉਹ ਰੋਟੀ ਦੇਣੀ ਹੈ ਸਾਨੂੰ ਇਹ ਖੇਤੀ ਸੈਕਟਰ ਨੇ। ਇਸ ਲਈ ਜੇ ਖੇਤੀਬਾੜੀ ਸੈਕਟਰ, ਜਿਹਨੂੰ ਹੁਣ ਇਸ ਮੌਕੇ 50% ਦੇ ਨਜ਼ਦੀਕ ਸਾਡੀ ਕੁੱਲ ਆਬਾਦੀ ਦਾ ਉਹਦੇ ਡਿਪੈਂਡੈਂਟ ਹੈ, ਜਦੋਂ ਕਿ ਆਜ਼ਾਦੀ ਮੌਕੇ ਸਾਡੇ ਕੋਲ 82% ਸੀ, ਜਿਹਨੂੰ ਨੈਸ਼ਨਲ ਇਨਕਮ ਜੋ ਅਸੀਂ 55% ਦਿੰਦੇ ਸੀ। ਪਰ ਹੁਣ ਅਸੀਂ 50% ਨੂੰ ਇਹ ਸਿਰਫ 15% ਦਿੰਦੇ ਹਾਂ। ਜੇ ਇੰਨਾ ਹੀ ਘੱਟ ਦਿੰਦੇ ਰਹੇ ਤਾਂ ਸਾਡੀ ਰੋਟੀ ਲਈ ਜਿਹੜੇ ਅਨਾਜ ਉਤਪਾਦਨ ਹੁੰਦਾ ਹੈ ਉਹ ਬੰਦ ਹੋ ਜਾਊਗਾ ਤੇ ਆਮ ਲੋਕਾਂ ਦਾ ਰੋਟੀ ਦੀ ਸਮੱਸਿਆ ਆ ਜਾਊਗੀ। ਆਪਣੀ ਸਾਰੀ ਗੱਲਬਾਤ ਦਾ ਨਿਚੋੜ ਇਹ ਹੈ ਕਿ ਇਹ ਆਰਡੀਨੈਂਸ ਕਿਸਾਨੀ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ, ਆਮ ਲੋਕਾਂ ਦੇ। ਕਾਰਪੋਰੇਟ ਸੈਕਟਰ ਨੂੰ ਜ਼ਰੂਰ ਇਹ ਖੁਸ਼ ਕਰਨ ਵਾਲੇ ਹੋਣਗੇ, ਤੇ ਇਹ ਗੱਲਬਾਤ ਸਾਡੇ ਲਈ ਬਹੁਤ ਫਲਦਾਇਕ ਰਹੀ ਹੈ। ਅਸੀਂ ਸਾਡੇ TV ਪੰਜਾਬ ਦੇ ਦਰਸ਼ਕਾਂ ਨੂੰ ਇਹੀ ਦੱਸਣਾ ਚਾਹੁੰਦੇ ਸੀ। ਅਸੀਂ ਵਾਰ-ਵਾਰ ਦੱਸਾਂਗੇ ਇਹ ਕਿ ਇਹਨਾਂ ਆਰਡੀਨੈਂਸਸ ਦੇ ਮਾਇਨੇ ਕੀ ਨੇ, ਆਮ ਲੋਕਾਂ ਲਈ ਇਹਨਾਂ ਦੇ ਮਾਇਨੇ ਕੀ ਨੇ। ਡਾਕਟਰ ਸਾਹਿਬ, ਡਾਕਟਰ ਗਿਆਨ ਸਿੰਘ ਜੀ, ਅਸੀਂ ਤੁਹਾਡੇ ਨਾਲ ਲਗਾਤਾਰ ਰਾਬਤੇ ਵਿੱਚ ਰਵਾਂਗੇ। ਅੱਜ ਲਈ ਤੁਸੀਂ ਸਾਨੂੰ ਇਹ ਵਿਸਥਾਰ 'ਚ ਤੇ
ਸਖਾਲੇ ਸ਼ਬਦਾਂ ਵਿੱਚ ਇਹਦੇ ਅਰਥ ਦੱਸੇ ਨੇ। ਅੱਜ ਜਦੋਂ ਸਾਰੀ ਕਿਸਾਨੀ ਸੰਘਰਸ਼ ਕਰ ਰਹੀ ਹੈ, ਵੱਖ-ਵੱਖ ਥਾਵਾਂ ਤੇ ਕਿਸਾਨ ਗ੍ਰਿਫਤਾਰੀਆਂ ਦੇ ਰਹੇ ਨੇ, ਉਹਨਾਂ ਦੀ ਕੁੱਟਮਾਰ ਹੋ ਰਹੀ ਹੈ। ਈਵਨ ਹਰਿਆਣਾ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ ਤੇ ਉੱਥੇ ਕੱਲ ਕਿਸਾਨਾਂ ਦੀ ਕੁੱਟਮਾਰ ਹੋਈ ਹੈ ਪਿਪਲੀ 'ਚ, ਤੇ ਪਰ ਹਾਲੇ ਕਿਸਾਨ ਜੁਟ ਰਹੇ ਨੇ। ਤੇ ਆਪਾਂ ਮੇਰਾ ਖਿਆਲ ਹੈ ਸੱਦਾ ਦਿੰਦੇ ਹਾਂ ਕਿ ਸਾਰੇ ਲੋਕਾਂ ਨੂੰ ਉਹਨਾਂ ਦੇ ਨਾਲ ਖਲੋਣਾ ਚਾਹੀਦਾ ਹੈ। ਇਹ ਰੋਟੀ ਦੇ ਹਿੱਤ ਸਭ ਦੇ ਨੇ, ਰੋਟੀ ਉਹ ਚਾਹੇ ਚੌਲ ਹੋਣ, ਚਾਹੇ ਉਹ ਕਣਕ ਤੋਂ ਪਕਾਇਆ ਹੋਇਆ ਖਾਣਾ ਹੋਵੇ। ਤੇ ਡਾਕਟਰ ਗਿਆਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਲਗਾਤਾਰ ਅੱਗੇ ਤੋਂ ਵੀ ਸ਼ੁਕਰੀਆ ਮੈਡਮ ਰਾਬਤੇ ਜੀ, 'ਚ ਰਵਾਂਗੇ। ਤੇ ਅੱਜ ਲਈ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਤੁਹਾਡਾ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਅਸੀਂ ਤੁਹਾਡੇ ਕੋਲੇ ਹਰ ਤਰ੍ਹਾਂ ਦੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ, ਤੁਹਾਡੇ ਸਨਮੁਖ ਹੁੰਦੇ ਰਵਾਂਗੇ। ਸਾਡੀਆਂ ਵੀਡੀਓਜ਼ ਸ਼ੇਅਰ ਕਰੋ, ਸਾਡਾ ਚੈਨਲ ਸਬਸਕ੍ਰਾਈਬ ਕਰੋ। ਤੇ ਤਦ ਤੱਕ ਲਈ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਫੀਡ ਦਿੱਤੀ ਹੋਈ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।